ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਜੋ ਸਾਨੂੰ ਜਾਣਕਾਰੀ ਮਿਲੀ ਆ, ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਆ ਜਿਹੜਾ ਉਹ ਗਰਮ ਤੇ ਖੁਸ਼ਕ ਰਹਿਣਾ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ 42 ਤੋਂ ਲੈ ਕੇ 43 ਡਿਗਰੀ ਤੱਕ ਆਉਂਦੇ 48 ਘੰਟਿਆਂ ਦੇ ਵਿੱਚ ਗਰਮੀ ਰਹਿਣੀ ਹੈ, ਤਾਪਮਾਨ ਰਹਿਣਾ। ਕੋਈ ਮੀਂਹ ਕਣੀ ਦੀ ਸੰਭਾਵਨਾ ਨਹੀਂ, ਕੋਈ ਝੱਖੜ ਝੋਲੇ ਦੀ ਸੰਭਾਵਨਾ ਨਹੀਂ ਤੇ ਇਹ ਸਾਰਾ ਕੁਝ ਹੋਵੇ ਵੀ ਨਾ, ਇਹਦੀ ਅਸੀਂ ਲਗਾਤਾਰ ਕਾਮਨਾ ਕਰਦੇ ਹਾਂ। ਮੰਡੀਆਂ ਦੇ ਵਿੱਚ ਕਣਕ ਦੇ ਅੰਬਾਰ ਲੱਗ ਚੁੱਕੇ ਆ, ਬਹੁਤ ਵੱਡੇ ਵੱਡੇ ਢੇਰ ਲੱਗੇ ਆ। ਕਿਸਾਨਾਂ ਦਾ ਇੱਕ ਹਿੱਸਾ ਗੁੱਸੇ ਦੇ ਵਿੱਚ ਵੀ ਆ ਕਿ ਇੱਥੇ ਲਿਫਟਿੰਗ ਦਾ ਕੰਮ ਕਿਉਂ ਨਹੀਂ ਹੋ ਰਿਹਾ। ਉੱਥੇ ਬਾਰਦਾਨੇ ਦੀ ਕਮੀ ਹਾਲ ਦੀ ਘੜੀ ਬੇਸ਼ੱਕ ਨਹੀਂ ਆਈ। ਸਰਕਾਰ ਇਹ ਗੱਲ ਕਹਿੰਦੀ ਆ ਵੀ ਭਾਈ ਕੇਂਦਰ ਦੇ ਵੱਲੋਂ ਨਹੀਂ ਸਾਰਾ ਕੁਝ ਕੀਤਾ ਜਾ ਰਿਹਾ। FCI ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਜੋ ਕਣਕ ਦੇ ਵਿੱਚ ਨਮੀ ਦੀ ਮਾਤਰਾ ਤੈਅ ਕੀਤੀ ਗਈ ਆ ਉਹਦੇ ਤੋਂ ਵੱਧ ਨਮੀ ਹੈਗੀ ਹੈ, ਜਿਹਦੇ ਕਰਕੇ ਕਿਸਾਨੀ ਐਤਕੀ ਖਾਸੀ ਪਰੇਸ਼ਾਨ ਨਜ਼ਰ ਆ ਰਹੀ ਹੈ। ਬਾਕੀ ਸਮਾਂ ਬਿਆਨ ਕਰੂਗਾ ਵੀ ਕੁਦਰਤ ਕਿਹੋ ਜਿਹਾ ਰੰਗ ਵਟਾਉਂਦੀ ਹੈ, ਕੁਦਰਤ ਕਿਹੋ ਜਿਹੀ ਕਰਵਟ ਬਦਲਦੀ ਹੈ। ਪਰ ਅਸੀਂ ਇਹ ਚਾਹੁੰਦੇ ਵੀ ਸਾਰਾ ਕੁਝ ਸੁੱਖ ਸਾਂਦੀ ਰਹੇ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਤੇ ਮੈਂ ਕੁਝ ਕੁ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਤੇ ਅੱਜ ਉਹ ਬੇਨਤੀ ਫੇਰ ਕਰਦਾ। ਆਹ ਜਿਹੜੇ ਦਿਨ ਆ ਇਹ ਕਣਕ ਨੂੰ ਅੱਗ ਲੱਗਣ ਦੇ ਦਿਨ ਆ। ਆਹ ਜਿਹੜੇ ਦਿਨ ਆ ਬੜਾ ਸੰਭਲ ਕੇ ਪੈਰ ਪੱਟਣ ਦੇ ਦਿਨ ਆ। ਆਹ ਜਿਹੜੇ ਦਿਨ ਆ ਦੂਜੇ ਦੀ ਫਸਲ ਨੂੰ ਬਚਾਉਣ ਤੇ ਆਪਣੀ ਵੀ ਬਚਾਉਣ ਤੇ ਸੰਭਾਲਣ ਦੇ ਦਿਨ ਆ। ਪਰ ਜੇਕਰ ਅਸੀਂ ਇੱਕ ਪਾਸੇ ਵੀ ਅਣਗਹਿਲੀ ਵਰਤਤੀ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੁੰਦਾ, ਸਧਰਾਂ ਨੂੰ ਲਾਂਬੂ ਲੱਗ ਜਾਂਦਾ। ਇਸ ਕਰਕੇ ਆਪਣੀ ਤੇ ਆਪਣਿਆਂ ਦੀ ਫਸਲ ਦਾ ਬਚਾਅ ਰੱਖੋ, ਸ਼ਰਾਰਤ ਨਾ ਕਰੋ, ਇਲਤ ਨਾ ਕਰੋ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਪੰਜਾਬ ਦੇ ਵਿੱਚ 300 ਯੂਨਿਟ ਬਿਜਲੀ ਮਾਫੀ ਨਾਲ ਸੰਬੰਧਿਤ। ਲਗਾਤਾਰ ਇਸ ਮਾਮਲੇ ਦੇ ਉੱਤੇ ਰਾਜਨੀਤੀ ਚੱਲ ਰਹੀ ਹੈ। ਮੈਂ ਬਹੁਤ ਵਾਰ ਪਹਿਲਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਇਹ ਬੇਨਤੀ ਕੀਤੀ ਹੈ ਕਿ ਰਾਜਨੀਤਿਕ ਲੋਕਾਂ ਦੇ ਵੱਲੋਂ ਜਦੋਂ ਕਿਸੇ ਵੀ ਚੀਜ਼ ਦਾ ਚੋਣਾਂ ਦੇ ਮੌਕੇ ਐਲਾਨ ਕੀਤਾ ਜਾਂਦਾ ਹੈ ਉਹਦੇ ਵਿੱਚ ਕੋਈ ਨਾ ਕੋਈ ਗੱਲ ਲੁਕੀ ਹੁੰਦੀ ਹੈ। ਜਦੋਂ ਅਸੀਂ ਕਿਸੇ ਵੀ ਬਾਜ਼ਾਰ ਦੇ ਵਿੱਚ ਜਾਂਦੇ ਹਾਂ, ਕਿਤੋਂ ਚੀਜ਼ ਲੈਣ ਜਾਂਦੇ ਹਾਂ, ਉੱਥੇ ਲਿਖਿਆ ਹੁੰਦਾ ਵੀ ਇਹਦੇ ਨਾਲ ਆਹ ਚੀਜ਼ ਫ੍ਰੀ, ਪਰ ਥੱਲੇ ਬਰੀਕ ਦਾ ਲਿਖਿਆ ਹੁੰਦਾ ਟਰਮਜ਼ ਐਂਡ ਕੰਡੀਸ਼ਨ ਅਪਲਾਈ, ਨਿਯਮ ਤੇ ਸ਼ਰਤਾਂ ਲਾਗੂ। ਇਸੇ ਤਰੀਕੇ ਦੇ ਨਾਲ ਹੀ ਵੱਖ-ਵੱਖ ਥਾਵਾਂ ਦੇ ਉੱਤੇ ਚੋਣ ਮਨੋਰਥ ਪੱਤਰਾਂ ਦੇ ਵਿੱਚ ਨਿਯਮ ਤੇ ਸ਼ਰਤਾਂ ਲਾਗੂ ਵਾਲੀ ਗੱਲ ਨੂੰ ਅਸੀਂ ਕਦੇ ਪੜ੍ਹਿਆ ਨਹੀਂ। ਇਹ ਪਿਛਲੀਆਂ ਸਰਕਾਰਾਂ ਦੇ ਮੌਕੇ ਵੀ ਹੁੰਦਾ ਰਿਹਾ, ਇਹ ਹੁਣ ਵਾਲੀ ਸਰਕਾਰ ਦੇ ਮੌਕੇ ਵੀ ਹੈ। ਹਾਲਾਂਕਿ ਜ਼ਾਤੀ ਤੌਰ ਦੇ ਉੱਤੇ ਮੈਂ ਕਿਸੇ ਨੂੰ ਕੋਈ ਚੀਜ਼ ਮੁਫਤ ਮਿਲੇ ਇਹਦੇ ਹੱਕ ਦੇ ਵਿੱਚ ਨਹੀਂ ਆ, ਭਾਵੇਂ ਉਹ ਜਨਰਲ ਕੈਟਾਗਰੀ ਹੈ, ਭਾਵੇਂ ਉਹ ਬਾਕੀ ਭਾਈਚਾਰੇ ਆ। ਪਰ ਗੱਲ ਇਹ ਆ ਵੀ ਇਸ ਵਕਤ ਜਾਤੀ ਆਧਾਰਿਤ ਰਾਖਵੇਂ ਕਰਨ ਦੀ ਜ਼ਰੂਰਤ ਨਹੀਂ। ਕਿਸੇ ਨੂੰ ਇਹ ਗੱਲ ਕੌੜੀ ਵੀ ਲੱਗ ਸਕਦੀ ਹੈ। ਇਸ ਵੇਲੇ ਆਰਥਿਕਤਾ ਆਧਾਰਿਤ ਰਾਖਵਾਂਕਰਨ ਹੋਣਾ ਚਾਹੀਦਾ। ਬਹੁਤ ਸਾਰੇ ਲੋਕ ਇਹੋ ਜਿਹੇ ਜਿਹੜੇ ਕਿ ਰਾਖਵੇਂਕਰਨ ਦਾ ਫਾਇਦਾ ਲੈਂਦੇ ਆ, ਪਰ ਉਹਨਾਂ ਦੇ ਘਰ ਦੇ ਵਿੱਚ ਚੋਖੀ ਕਮਾਈ ਆ। ਉਹਨਾਂ ਦੇ ਘਰੇ 2-2 ਗੱਡੀਆਂ ਵੀ ਖੜੀਆਂ, ਉਹਨਾਂ ਦੇ ਘਰ ਦੇ ਵਿੱਚ 2-2 ਤਨਖਾਹਾਂ ਵੀ ਆਉਂਦੀਆਂ, ਉਹਨਾਂ ਦੇ ਘਰ ਦੇ ਵਿੱਚ 3 ਮੰਜ਼ਲਾ ਕੋਠੀ ਵੀ ਹੈ। ਤੇ ਬਹੁਤ ਸਾਰੇ ਕਿਸਾਨ ਮੈਂ ਇਹੋ ਜਿਹਾ ਜਾਣਦਾ ਜਿਹੜੇ ਹੈਗੇ ਵਿਚਾਰੇ ਜਨਰਲ ਕੈਟਾਗਰੀ ਦੇ ਵਿੱਚ ਹੈ, ਉਹਨਾਂ ਕੋਲੇ 2 ਏਕੜ ਜ਼ਮੀਨ ਹੈ, ਪਰ ਉਹ ਹਰ ਰੋਜ਼ ਕਿਤੇ ਨਾ ਕਿਤੇ ਦਿਹਾੜੀ ਕਰਨ ਜਾਂਦੇ ਆ, ਉਹ ਮਜ਼ਦੂਰੀ ਕਰਨ ਜਾਂਦੇ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਫਾਇਦਾ ਦੇਣਾ ਹੀ ਆ ਤਾਂ ਇਹ ਜਾਤ ਆਧਾਰਿਤ ਰਾਖਵੇਂ ਕਰਨ ਦੀ ਥਾਂ ਦੇ ਉੱਤੇ ਆਰਥਿਕਤਾ ਆਧਾਰਿਤ ਰਾਖਵਾਂਕਰਨ ਹੋਣਾ ਚਾਹੀਦਾ। ਇਹ ਮੈਂ ਨਹੀਂ ਇਕੱਲਾ ਕਹਿਣਾ, ਬਹੁਤ ਸਾਰੇ ਲੋਕ ਹੋਰ ਵੀ ਕਹਿੰਦੇ ਆ। ਹੁਣ ਜਨਰਲ ਕੈਟਾਗਰੀ ਭਾਈਚਾਰੇ ਦੇ ਵੱਲੋਂ ਵੀ ਗੱਲ ਕਹੀ ਜਾ ਰਹੀ ਹੈ ਕਿ ਕੀ ਅਸੀਂ ਵੋਟਾਂ ਨਹੀਂ ਪਾਈਆਂ, ਸਾਡਾ ਕਸੂਰ ਕੀ ਹੈ। ਪਹਿਲਾਂ ਸਰਕਾਰ ਨੇ ਗੱਲ ਕਹੀ ਕਿ ਅਸੀਂ 300 ਯੂਨਿਟ ਬਿਜਲੀ ਮੁਫਤ ਹਰ ਪਰਿਵਾਰ ਨੂੰ ਦੇਵਾਂਗੇ। ਹੁਣ ਵਿਚਾਲੇ ਇੱਕ ਨਵੀਂ ਸ਼ਰਤ ਪਾਤੀ ਹੈ, ਨਵੀਂ ਇੱਕ ਘੁੰਡੀ ਫਸਾਤੀ ਹੈ ਵੀ ਜੇ ਤਾਂ ਜਨਰਲ ਕੈਟਾਗਰੀ ਹੈ ਤਾਂ ਉਹਨੂੰ ਜੇਕਰ 600 ਯੂਨਿਟ ਬਿਜਲੀ 2 ਮਹੀਨਿਆਂ ਦੇ ਵਿੱਚ ਮਚਾਉਂਦੇ ਆ ਤਾਂ ਠੀਕ ਹੈ, ਪਰ ਜੇਕਰ 601 ਯੂਨਿਟ ਹੋ ਜਾਂਦੀ ਹੈ ਤਾਂ ਫਿਰ ਇਹ ਨਹੀਂ ਵੀ 1 ਯੂਨਿਟ ਦਾ ਬਿੱਲ ਦੇਣਾ ਪਊਗਾ, ਫਿਰ ਪਿਛਲੇ 600 ਦਾ ਵੀ ਦੇਣਾ ਪਊਗਾ। ਤੇ ਜੇਕਰ ਹੋਰ ਭਾਈਚਾਰਿਆਂ ਦੇ ਲੋਕ ਆ, ਉਹ ਮੰਨ ਲਓ 700 ਯੂਨਿਟ ਬਿਜਲੀ ਹੈ ਜਿਹੜੀ ਉਹ ਮਚਾਉਂਦੇ ਆ, ਤਾਂ ਉਹਨਾਂ ਨੂੰ 100 ਯੂਨਿਟ ਦਾ ਬਿੱਲ ਦੇਣਾ ਪਊਗਾ, 600 ਮਾਫ ਹੈ। ਸੋ ਇਸ ਕਰਕੇ ਲੋਕਾਂ ਦੇ ਵਿੱਚ ਇਸ ਵਕਤ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਪਰ ਇਸ ਵਕਤ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਜਨਰਲ ਕੈਟਾਗਰੀ ਨੂੰ ਕਦੇ ਕਿਸੇ ਨੇ ਫਾਇਦਾ ਨਹੀਂ ਸੀ ਦਿੱਤਾ, ਇਹ ਸਾਡੀ ਸਰਕਾਰ ਹੀ ਫਾਇਦਾ ਦੇਣ ਆਈ ਹੈ। ਉਧਰੋਂ ਜਿਹੜੇ ਬਾਕੀ ਦਲਿਤ ਭਾਈਚਾਰੇ ਦੇ ਸਾਥੀ ਭੈਣਾਂ ਵੀਰ ਆ, ਉਹ ਇਹ ਗੱਲ ਕਹਿੰਦੇ ਆ ਵੀ ਇਹ ਸਮਾਂ ਬਿਆਨ ਕਰੂਗਾ ਕਿ ਸਰਕਾਰ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਇਹਦੇ ਵਿੱਚ ਨਵੀਆਂ ਸ਼ਰਤਾਂ ਕਿਹੜੀਆਂ ਲਾਗੂ ਹੁੰਦੀਆਂ। ਪਰ ਜਿੰਨਾ ਕੁ ਮੈਨੂੰ ਚੇਤਾ ਉਹਦੇ ਵਿੱਚ ਇਹ ਗੱਲ ਜ਼ਰੂਰ ਸੀ ਕਿ ਭਾਈ ਸਾਰੇ ਹੀ ਲੋਕਾਂ ਨੂੰ ਅਸੀਂ 300 ਯੂਨਿਟ ਬਿਜਲੀ ਮੁਫਤ ਦੇਵਾਂਗੇ। ਸਰਕਾਰ ਨੇ ਆਪਣੀ ਗਰੰਟੀ ਤਾਂ ਪੂਰੀ ਕਰਨ ਦੀ ਗੱਲ ਕਰਤੀ ਵੀ ਅਸੀਂ 1 ਜੁਲਾਈ ਤੋਂ ਇਹ ਸਾਰਾ ਕੁਝ ਪੂਰਾ ਕਰ ਦਿਆਂਗੇ, ਜੋ ਕਿਹਾ ਸੀ ਕਰਕੇ ਦਿਖਾਵਾਂਗੇ। ਪਰ ਵਿਚਾਲੇ ਜਿਹੜੀ ਘੁੰਡੀ ਸਾਹਮਣੇ ਆਈ ਹੈ ਵੀ ਜਨਰਲ ਕੈਟਾਗਰੀ ਦੀ ਗੱਲ ਹੋਰ ਤੇ ਦਲਿਤ ਭਾਈਚਾਰੇ ਦੀ ਗੱਲ ਹੋਰ ਤੇ OBC ਵਾਲਿਆਂ ਦੀ ਗੱਲ ਹੋਰ ਤੇ ਹੋਰ ਜਿਹੜੀਆਂ ਵੱਖ-ਵੱਖ ਸ਼੍ਰੇਣੀਆਂ ਉਹਨਾਂ ਦੀ ਗੱਲ ਹੋਰ। ਸੋ ਇਸ ਮਾਮਲੇ ਦੇ ਵਿੱਚ ਸਮਾਨਤਾ ਬਰਕਰਾਰ ਨਹੀਂ ਰੱਖੀ ਗਈ, ਇਸ ਮਾਮਲੇ ਦੇ ਉੱਤੇ ਇਕਸਾਰਤਾ ਬਰਕਰਾਰ ਨਹੀਂ ਰੱਖੀ ਗਈ, ਜਿਹਦੇ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਇਸ ਗੱਲ ਦੇ ਮੁਤਲਕ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ। ਉੱਦਾਂ ਪੰਜਾਬ ਦੇ ਬਿਜਲੀ ਮੰਤਰੀ ਸਾਹਿਬ ਦਾ ਕੱਲ੍ਹ ਬਿਆਨ ਆਇਆ, ਉਹਨਾਂ ਨੇ 2 ਟੋਕੇ ਗੱਲ ਕਹਿ ਦਿੱਤੀ ਹੈ ਵੀ ਮਾੜਾ ਕੁਝ ਤਾਂ ਕੀਤਾ ਨਹੀਂ, ਕੀਤਾ ਤਾਂ ਅਸੀਂ ਚੰਗਾ ਹੀ ਆ।
ਅੱਜ ਤੱਕ ਜਨਰਲ ਕੈਟਾਗਰੀ ਨੂੰ ਦਿੱਤਾ ਕਿਸੇ ਨੇ ਕੀ ਸੀ? ਅਸੀਂ ਤਾਂ ਚਲੋ ਫਿਰ 300 ਯੂਨਿਟ ਬਿਜਲੀ ਮਹੀਨੇ ਦੀ ਦਿੰਦੇ ਹੀ ਦਿੰਦੇ ਆ। ਸੋ ਆਉਣ ਵਾਲੇ ਵਕਤ ਦੇ ਵਿੱਚ ਇਹ ਮਾਮਲਾ ਕਿਹੜੇ ਪਾਸੇ ਨੂੰ ਰੁਖ ਪਲਟੂ, ਇਹ ਸਮਾਂ ਬਿਆਨ ਕਰੂ। ਪਰ ਇਸ ਵਕਤ ਕਾਂਗਰਸ ਦੇ ਵੱਲੋਂ, ਬੀਜੇਪੀ ਦੇ ਵੱਲੋਂ ਤੇ ਉਧਰੋਂ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਾ ਪਾਇਆ ਜਾ ਰਿਹਾ ਕਿ ਭਾਈ ਇਹਨਾਂ ਦੇ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਨਹੀਂ, ਇਹ ਕਹਿੰਦੇ ਕੁਝ ਹੋਰ ਆ ਤੇ ਕਰਦੇ ਕੁਝ ਹੋਰ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਮੁਫਤ ਬਿਜਲੀ ਨੂੰ ਲੈ ਕੇ ਪਏ ਰੌਲੇ ਗੌਲੇ ਦਰਮਿਆਨ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੋ ਟੁਕ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਜਨਰਲ ਕੈਟਾਗਰੀ ਨੂੰ 300 ਯੂਨਿਟ ਬਿਜਲੀ ਮੁਫਤ ਦੇ ਰਹੇ ਹਾਂ। ਜੇ ਉਹ 600 ਯੂਨਿਟ ਤੋਂ ਵੱਧ ਬਿਜਲੀ ਦਾ ਖਰਚ ਕਰਨਗੇ ਤਾਂ ਉਹ ਲਗਜ਼ਰੀ ਦੇ ਵਿੱਚ ਆ ਜਾਣਗੇ। ਜਨਰਲ ਕੈਟਾਗਰੀ ਦੀ ਆਮ ਸਧਾਰਨ ਫੈਮਿਲੀ ਦੇ ਲਈ ਤਾਂ 600 ਯੂਨਿਟ ਬਹੁਤ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ 69 ਲੱਖ ਪਰਿਵਾਰਾਂ ਦਾ 2 ਮਹੀਨੇ ਦਾ ਬਿਜਲੀ ਬਿੱਲ 600 ਯੂਨਿਟਾਂ ਤੋਂ ਘੱਟ ਆਉਂਦਾ ਹੈ, ਇਸ ਕਰਕੇ ਇਹਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਵੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੈ ਵੀ ਸਾਰੇ ਪਾਸੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਭਾਈ ਸਾਨੂੰ 300 ਯੂਨਿਟ ਬਿਜਲੀ ਮੁਫਤ ਦੇ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਵਿਰੋਧੀ ਜੋ ਮਰਜ਼ੀ ਕਹਿੰਦੇ ਰਹਿਣ, ਪਰ ਇਸ ਵਕਤ ਲੋਕ ਖੁਸ਼ ਨੇ। ਅਸੀਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਦੇ ਨਾਲ ਕੀਤੀ ਗਈ ਗਰੰਟੀ ਅਸੀਂ ਪੂਰੀ ਕਰਕੇ ਦਿਖਾਈ ਹੈ। ਤੇ ਨਾਲ ਹੀ ਹਰਭਜਨ ਸਿੰਘ ਈਟੀਓ ਨੇ ਇਹ ਗੱਲ ਕਹੀ ਹੈ ਕਿ ਅਸੀਂ ਤਾਂ ਜਨਰਲ ਕੈਟਾਗਰੀ ਨੂੰ ਮੁਫਤ ਦੇ ਵਿੱਚ ਕੁਝ ਦੇ ਰਹੇ ਹਾਂ, ਪਿਛਲੀਆਂ ਸਰਕਾਰਾਂ ਨੇ ਤਾਂ ਕੁਝ ਵੀ ਨਹੀਂ ਕੀਤਾ। ਲੋਕਾਂ ਵਿੱਚ ਗੁੱਸਾ ਤਾਂ ਪਿਛਲੀਆਂ ਸਰਕਾਰਾਂ ਦੇ ਪ੍ਰਤੀ ਹੋਣਾ ਚਾਹੀਦਾ, ਨਾ ਕਿ ਸਾਡੀ ਸਰਕਾਰ ਦੇ ਪ੍ਰਤੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਪਹਿਲਾਂ ਵੀ ਬਹੁਤ ਵਾਰੇ ਬੇਨਤੀ ਕੀਤੀ ਹੈ ਤੇ ਅੱਜ ਵੀ ਕਰਨੀ ਬਣਦੀ ਆ, ਕੋਈ ਵੀ ਚੀਜ਼ ਸਰਕਾਰਾਂ ਕਿਸੇ ਨੂੰ ਵੀ ਮੁਫਤ ਨਹੀਂ ਦਿੰਦੀਆਂ, ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਭਾਵੇਂ ਉਹ ਕਾਂਗਰਸ ਦੀ ਸਰਕਾਰ ਹੋਵੇ ਤੇ ਭਾਵੇਂ ਹੁਣ ਵਾਲੀ ਸਰਕਾਰ ਹੈ। ਅੱਜ ਤੱਕ ਕਿਹੜੀ ਚੀਜ਼ ਮੁਫਤ ਲੈ ਕੇ ਲੋਕਾਂ ਨੂੰ ਫਾਇਦਾ ਹੋਇਆ, ਇਹ ਲੋਕ ਥੱਲੇ ਟਿੱਪਣੀਆਂ ਕਰਕੇ ਦੱਸ ਦੇਣ ਪ੍ਰੋਗਰਾਮ ਦੇ ਵੀ ਭਾਈ ਆਹ ਚੀਜ਼ ਜੇਕਰ ਸਾਨੂੰ ਮੁਫਤ ਨਾ ਮਿਲਦੀ ਤਾਂ ਸਾਡੀ ਤਾਂ ਜ਼ਿੰਦਗੀ ਹੀ ਬਰਬਾਦ ਹੋ ਜਾਂਦੀ, ਤੇ ਆਹ ਚੀਜ਼ ਸਾਨੂੰ ਮੁਫਤ ਮਿਲੀ ਹੈ, ਸਾਡੀ ਜ਼ਿੰਦਗੀ ਸੰਵਰ ਗਈ ਹੈ। ਆਪਦੀ ਟਿੱਪਣੀ ਕਰਕੇ ਦੱਸ ਦਿਓ। ਕੋਈ ਵੀ ਬੰਦਾ ਸੰਤੁਸ਼ਟ ਨਹੀਂ ਹੋਣਾ, ਪਰ ਹਰ ਬੰਦਾ ਇਹ ਚਾਹੁੰਦਾ ਕਿ ਮੈਨੂੰ ਕੁਝ ਨਾ ਕੁਝ ਮੁਫਤ ਮਿਲ ਜੇ। ਇੱਕ ਤਾਂ ਸਾਡੀ ਮੁਫਤਖੋਰੀ ਮਾਨਸਿਕਤਾ ਬਦਲਣ ਦੀ ਜ਼ਰੂਰਤ ਹੈ, ਤੇ ਦੂਜੀ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਨੂੰ ਵੀ ਘੁੰਡੀਆਂ ਵਿਚਾਲੇ ਪਾਉਣ ਦੀ ਆਦਤ ਬੰਦ ਕਰਨੀ ਚਾਹੀਦੀ ਹੈ। ਬਹੁਤ ਕੁਝ ਚੱਲਦਾ, ਸਮੇਂ ਦੀਆਂ ਸਰਕਾਰਾਂ ਬਹੁਤ ਕੁਝ ਕਰਦੀਆਂ, ਬਹੁਤ ਕੁਝ ਲੋਕਾਂ ਨੂੰ ਝਕਾਨੀਆਂ ਦੇਣ ਦੇ ਪ੍ਰੋਗਰਾਮ ਦੇ ਵਿੱਚ ਹੁੰਦਾ, ਤੇ ਇਹ ਵੀ ਇੱਕ ਝਕਾਨੀਨੁਮਾ ਗੱਲ ਹੈ। ਹੁਣ ਲੋਕ ਇਹ ਗੱਲ ਕਹਿੰਦੇ ਆ ਵੀ ਭਾਵੇਂ ਅਸੀਂ ਜਨਰਲ ਕੈਟਾਗਰੀ ਦੇ ਨਾਲ ਸੰਬੰਧਿਤ ਆ, ਭਾਵੇਂ ਅਸੀਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਆ, ਭਾਵੇਂ ਕਿਸੇ ਹੋਰ ਭਾਈਚਾਰੇ ਦੇ ਨਾਲ ਸੰਬੰਧਿਤ ਆ, ਤੁਸੀਂ ਵਿੱਚ ਵਰਗ ਵੰਡੀਆਂ ਵੀ ਪਾ ਰਹੇ ਹੋ। ਜੇਕਰ ਤੁਸੀਂ ਸਮਾਨਤਾ ਦੀ ਗੱਲ ਕਰਦੇ ਹੋ, ਇੱਕ ਪਾਸੇ ਤਾਂ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਸਾਨੂੰ ਸੰਵਿਧਾਨ ਦੇ ਵਿੱਚ ਬਰਾਬਰਤਾ ਦੀ ਗੱਲ ਕਹੀ ਗਈ ਹੈ, ਤੇ ਦੂਜੇ ਪਾਸੇ ਬਰਾਬਰਤਾ ਨੂੰ ਅਸੀਂ ਪਰੇ ਕਰਕੇ ਗੱਲ ਕਹਿੰਦੇ ਕਿ ਇਹਨੂੰ ਆਹ ਦੇ ਦੇਣਗੇ, ਇਹਨੂੰ ਆਹ ਦੇ ਦੇਣਗੇ, ਇਹਨੂੰ ਆਹ ਦੇ ਦੇਣਗੇ। ਇਹ ਵੀ ਕਿੱਥੋਂ ਨਹੀਂ ਸਿਆਣਪ ਵਾਲੀ ਗੱਲ ਹੈ। ਤੇ ਇਸੇ ਗੱਲ ਨੂੰ ਮੁੱਦਾ ਬਣਾਇਆ ਹੈਗਾ ਅਕਾਲੀ ਦਲ ਨੇ। ਅਕਾਲੀ ਦਲ ਦੇ ਚਰਨਜੀਤ ਸਿੰਘ ਬਰਾੜ ਦੇ ਜਿਹੜੇ ਤੇ ਕੁਝ ਕੁ ਹੋਰ ਨੇਤਾ, ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਹਾਲੇ 1 ਜੁਲਾਈ ਤੋਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਇਹ ਸਾਰਾ ਕੁਝ ਕੀਤਾ ਜਾਣਾ, ਪਰ ਉਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼, ਗੁਜਰਾਤ, ਦਿੱਲੀ, ਹਰਿਆਣਾ ਤੇ ਬਾਕੀ ਵੱਖ-ਵੱਖ ਸੂਬਿਆਂ ਦੀਆਂ ਅਖਬਾਰਾਂ ਨੂੰ ਭਰ ਦਿੱਤਾ ਗਿਆ। ਇਸ਼ਤਿਹਾਰਬਾਜ਼ੀ ਸਿਖਰ ਦੇ ਉੱਤੇ ਕਰ ਦਿੱਤੀ ਗਈ ਹੈ। ਉਹਨਾਂ ਦੇ ਵਿੱਚ ਪੂਰੇ ਸਫੇ ਦਾ ਇਸ਼ਤਿਹਾਰ ਲਾ ਕੇ ਪੈਸੇ ਨੂੰ ਬਰਬਾਦ ਕੀਤਾ ਜਾ ਰਿਹਾ। ਤੇ ਨਾਲ ਹੀ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਗੱਲ ਕਹੀ ਹੈ ਕਿ ਰਵਾਇਤੀ ਪਾਰਟੀਆਂ ਜਿਨ੍ਹਾਂ ਨੂੰ ਇਹ ਗੱਲ ਕਹਿੰਦੇ ਸੀ ਕਿ ਤਾਂ ਰਵਾਇਤੀ ਪਾਰਟੀਆਂ ਨੇ, ਇਹ ਤਾਂ ਆਹ ਕਰਦੀਆਂ ਨੇ, ਇਹ ਤਾਂ ਉਹ ਕਰਦੀਆਂ ਨੇ, ਉਹਨਾਂ ਨੇ ਤਾਂ ਇੰਨੀ ਬਰਬਾਦੀ ਪੈਸੇ ਦੀ ਕੀਤੀ ਨਹੀਂ ਜਿੰਨੀ ਕਿ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਸੋ ਬੇਨਤੀ ਇਹ ਹੈ ਕਿ ਪੰਜਾਬ ਦੇ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋਣਾ ਚਾਹੀਦਾ। ਇੱਕ ਗੱਲ ਮੈਨੂੰ ਜ਼ਾਤੀ ਤੌਰ ਤੇ ਚੰਗੀ ਵੀ ਲੱਗੀ ਕਿ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਜਿਹੜਾ ਹੁਣ ਤੱਕ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ, ਇਹਦੇ ਬਾਬਤ ਵੀ ਅਸੀਂ ਹੁਣ ਘੋਖ ਪੜਤਾਲ ਕਰਵਾਵਾਂਗੇ ਕਿ ਇਹ ਪੈਸਾ ਕਾਹਦੇ ਤੇ ਖਰਚਿਆ ਗਿਆ, ਕਿਵੇਂ ਕਰਜ਼ਾ ਵਧੀ ਗਿਆ, ਹਰ ਸਾਲ ਕਰਜ਼ਾ ਵਧਣ ਦਾ ਕੀ ਕਾਰਨ ਸੀ, ਉਹ ਕਿਹੜੀ ਚੀਜ਼ ਪੰਜਾਬ ਦੇ ਲਈ ਬਣਾ ਕੇ ਦਿੱਤੀ ਗਈ ਹੈ ਸਮੇਂ ਦੀਆਂ ਸਰਕਾਰਾਂ ਵੱਲੋਂ ਕਿ ਇਹ ਖਰਚਾ ਵਧੀ ਗਿਆ, ਕਰਜ਼ਾ ਵਧੀ ਗਿਆ, ਕਦੇ ਘਟਣ ਦਾ ਨਾਂ ਹੀ ਨਹੀਂ ਲਿਆ। ਪਰ ਇਹ ਗੱਲਾਂ ਲੰਮੇ ਸਮੇਂ ਤੱਕ ਆ, ਇਹ ਲੰਮੇ ਸਮੇਂ ਬਾਅਦ ਪਤਾ ਲੱਗੂ, ਪਤਾ ਨਹੀਂ ਕਿਹੋ ਜਿਹੀ ਘੋਖ ਪੜਤਾਲ ਹੋਣੀ ਆ, ਹੋ ਸਕਦਾ ਹੋ ਵੀ ਜਾਵੇ। ਪਰ ਬਿਜਲੀ ਵਾਲਾ ਮਾਮਲਾ ਬਹੁਤ ਵੱਡੇ ਪੱਧਰ ਦੇ ਉੱਤੇ ਭਖਿਆ ਹੋਇਆ। ਆਮ ਲੋਕਾਂ ਦਾ ਇੱਕ ਹਿੱਸਾ ਸੰਤੁਸ਼ਟ ਹੈ, ਪਰ ਇੱਕ ਹਿੱਸਾ ਗੁੱਸੇ ਦੇ ਵਿੱਚ ਵੀ ਹੈ। ਉਹ ਇਹ ਗੱਲ ਕਹਿੰਦੇ ਆ ਵੀ ਭਾਈ ਹਾਲੇ ਤਾਂ ਵੋਟਾਂ ਨੂੰ ਪਈਆਂ ਨੂੰ 2 ਮਹੀਨੇ ਵੀ ਨਹੀਂ ਹੋਏ, 2.5 ਮਹੀਨੇ ਵੀ ਨਹੀਂ ਹੋਏ, ਪਰ ਨਾਲ ਦੀ ਨਾਲ ਹੀ ਤੁਸੀਂ ਇਹ ਗੱਲ ਕਹਿਤੀ ਵੀ ਜਨਰਲ ਕੈਟਾਗਰੀ ਦੇ ਲਈ ਆਹ, ਫਲਾਣੇ ਦੇ ਲਈ ਆਹ। ਹੁਣ ਜੇਕਰ ਅਸੀਂ ਇਹ ਗੱਲ ਸੋਚਦੇ ਹਾਂ ਵੀ ਭਾਈ ਚਲੋ ਇੱਧਰਲਾ ਵਰਗ ਵੰਡ ਕਰਕੇ ਅਸੀਂ ਖੁਸ਼ਹਾਲ ਵੱਧ ਕਰ ਦਈਏ, 69 ਲੱਖ ਪਰਿਵਾਰ ਆ ਜਿਹੜੇ, ਉਹ ਸਾਡੇ ਬਿਜਲੀ ਮੰਤਰੀ ਸਾਹਿਬ ਕਹਿੰਦੇ ਆ ਵੀ ਭਾਈ ਇਹ 600 ਯੂਨਿਟ ਹੀ ਬਿਜਲੀ ਫੂਕਦੇ ਆ। ਇਹ ਸਮਾਂ ਦੱਸੂਗਾ ਕਿ ਉਹ 69 ਲੱਖ ਆ ਜਿਹੜੇ ਉਹ ਕਿੰਨੇ ਕੁ ਸੰਤੁਸ਼ਟ ਹੈ। ਮੈਂ ਫਿਰ ਇਸ ਗੱਲ ਦੀ ਵਾਰ-ਵਾਰ ਬੇਨਤੀ ਕਰਦਾ, ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਜਾਤ ਆਧਾਰਿਤ ਰਾਖਵੇਂਕਰਨ ਦੇ ਵਿੱਚੋਂ ਬਾਹਰ ਨਿਕਲਿਆ ਜਾਵੇ ਤੇ ਆਰਥਿਕਤਾ ਆਧਾਰਿਤ ਰਾਖਵੇਂਕਰਨ ਦੇ ਨਾਲ ਜੁੜਿਆ ਜਾਵੇ। ਜਾਤ ਪਾਤ ਦੇ ਚੱਕਰ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ। ਸਭ ਨੂੰ ਬਰਾਬਰਤਾ ਦਾ ਅਧਿਕਾਰ ਹੈ, ਸਭ ਨੂੰ ਇੱਕ ਅੱਖ ਨਾਲ ਵੇਖਣਾ ਚਾਹੀਦਾ, ਸਭ ਨੂੰ ਸਮਾਨਤਾ ਦੀ ਗੱਲ ਹੋਣੀ ਚਾਹੀਦੀ ਹੈ। ਇਹ ਸਾਡੀਆਂ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਲੋਕਾਂ ਦੇ ਵਿੱਚ ਵੰਡੀਆਂ ਪਾ ਕੇ ਬਹੁਤ ਕੁਝ ਨੁਕਸਾਨ ਦੇ ਰੂਪ ਦੇ ਵਿੱਚ ਕੀਤਾ ਗਿਆ। ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦੇ, ਤੁਸੀਂ ਕੇਂਦਰ ਤੋਂ ਸ਼ੁਰੂ ਕਰ ਲਓ ਤੇ ਸੂਬਿਆਂ ਤੱਕ ਆ ਜਾਓ।
सूबिਆਂ ਤੋਂ ਸ਼ੁਰੂ ਕਰ ਲਓ, ਤੁਸੀਂ ਪਿੰਡ ਪੱਧਰ ਤੇ ਆ ਜਾਓ, ਮੁਹੱਲਾ ਪੱਧਰ ਤੇ ਆ ਜਾਓ, ਪੱਤੀ ਪੱਧਰ ਤੇ ਆ ਜਾਓ। ਬਹੁਤ ਕੁਝ ਚੱਲਦਾ ਪੰਜਾਬ ਦੇ ਪਿੰਡਾਂ ਦੇ ਵਿੱਚ, ਬਹੁਤ ਕੁਝ ਚੱਲਦਾ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ। ਸੋ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ, ਇਹਨਾਂ ਗੱਲਾਂ ਤੋਂ ਉੱਤੇ ਉੱਠਣਾ ਚਾਹੀਦਾ। ਮੈਨੂੰ ਕਈ ਸੱਜਣਾਂ ਨੇ ਫੋਨ ਕਰਕੇ ਪੁੱਛਿਆ, ਕਹਿੰਦੇ ਵੀ ਤੁਹਾਨੂੰ ਕੀ ਲੱਗਦਾ ਕਿ 1 ਮਹੀਨਾ ਹੋ ਗਿਆ ਭਗਵੰਤ ਮਾਨ ਦੀ ਸਰਕਾਰ ਦਾ, ਕਿਹੋ ਜਿਹਾ ਤਜਰਬਾ, ਕਿਹੋ ਜਿਹਾ ਅਨੁਭਵ ਆ, ਕੀ ਲੱਗਦਾ? ਮੇਰੀ ਬੇਨਤੀ ਇਹੀ ਸੀ ਵੀ ਐਲਾਨ ਬਹੁਤ ਸੋਹਣੇ ਹੋਏ ਆ, ਕੁਝ ਕੁ ਫੈਸਲੇ ਚੰਗੇ ਵੀ ਕੀਤੇ ਆ, ਪਰ ਕੁਝ ਫੈਸਲੇ ਵਿਵਾਦਗ੍ਰਸਤ ਵੀ ਰਹੇ ਆ। ਆਉਂਦੇ ਸਮੇਂ ਦੇ ਵਿੱਚ ਵਿਵਾਦਗ੍ਰਸਤ ਫੈਸਲੇ ਘਟਣ, ਵਿਵਾਦਗ੍ਰਸਤ ਬਿਆਨ ਘਟਣ ਤੇ ਫਾਇਦੇ ਦੀਆਂ ਗੱਲਾਂ ਆਮ ਲੋਕਾਂ ਵਾਸਤੇ ਹੋਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਗੁੱਸੇ ਆ। ਇਸ ਗੱਲ ਦੇ ਉੱਤੇ ਸ਼ਾਇਦ ਤੁਹਾਨੂੰ ਹੈਰਾਨੀ ਨਾ ਵੀ ਹੁੰਦੀ ਹੋਵੇ, ਮੈਨੂੰ ਤਾਂ ਨਹੀਂ ਹੁੰਦੀ। ਉਹਦਾ ਕਾਰਨ ਇਹ ਹੈ ਵੀ ਮੈਂ ਤਾਂ ਉਸ ਦਿਨ ਹੈਰਾਨ ਹੋਂ ਜਿਸ ਦਿਨ ਇਹ ਖਬਰ ਆਈ ਕਿ ਨਵਜੋਤ ਸਿੰਘ ਸਿੱਧੂ ਹੁਣ ਬਿਲਕੁਲ ਨਹੀਂ ਗੁੱਸੇ, ਕਿਉਂਕਿ ਜਦੋਂ ਵੀ ਖਬਰ ਆਉਂਦੀ ਹੈ ਇਹੀ ਹੈ ਕਿ ਉਹ ਗੁੱਸੇ ਆ। ਉਹਨਾਂ ਨੇ ਪੜ੍ਹਦੇ ਪਾਉਣ ਦੀ ਗੱਲ ਕੀਤੀ ਹੈ, ਉਹ ਫਲਾਣੇ ਨਾਲ ਰੁੱਸ ਕੇ ਬੈਠ ਗਏ ਆ, ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਆ, ਨਾਲ ਤੋਰਨ ਦੀਆਂ ਕੋਸ਼ਿਸ਼ਾਂ ਜਾਰੀ ਆ। ਇਹ ਖਬਰਾਂ ਅਸੀਂ ਪਿਛਲੇ ਕਈ ਵਰ੍ਹਿਆਂ ਤੋਂ ਸਾਂਝੀਆਂ ਕਰਦੇ ਆ ਰਹੇ ਹਾਂ। ਕਾਰਨ ਜਾਇਜ਼ ਵੀ ਹੋ ਸਕਦੇ ਆ, ਕਾਰਨ ਨਜਾਇਜ਼ ਵੀ ਹੋ ਸਕਦੇ ਆ, ਪਰ ਕਾਂਗਰਸ ਇਸ ਵਕਤ ਉਸ ਮੋੜ ਦੇ ਉੱਤੇ ਆਣ ਖੜੀ ਹੈ ਜਿੱਥੇ ਗੁੱਸੇ ਗਿਲੇ ਜੇਕਰ ਨਾ ਭੁਲਾਏ ਤਾਂ ਫਿਰ ਸਮਝ ਲਓ ਵਾਜੇ ਵੱਜ ਗਏ। ਵੈਸੇ ਤਾਂ ਵੱਜੇ ਹੀ ਹੋਏ ਆ। 5 ਸੂਬਿਆਂ ਦੇ ਵਿੱਚ ਚੋਣਾਂ ਹੋਈਆਂ, 5 ਦੇ ਵਿੱਚੋਂ ਇੱਕ ਸੂਬੇ ਦੇ ਵਿੱਚ ਵੀ ਕਾਂਗਰਸ ਨੂੰ ਜੇਕਰ ਮਾਣ ਸਨਮਾਨ ਮਿਲਿਆ ਹੋਵੇ ਤਾਂ ਉਹਦਾ ਗੱਲ ਜ਼ਿਕਰ ਕਰਨਾ ਚਾਹੀਦਾ। ਦੇਖੋ 403 ਸੀਟਾਂ ਯੂਪੀ ਦੀਆਂ ਵਿਧਾਨ ਸਭਾ ਦੀਆਂ 403 ਸੀਟਾਂ ਮਿਲੀਆਂ ਕਿੰਨੀਆਂ? 2। ਤੇ ਹਾਲੇ ਕਾਂਗਰਸ ਕਹਿੰਦੀ ਹੈ ਵੀ ਭਾਈ ਅਸੀਂ ਇਕਜੁੱਟ ਆ। ਇਹਨਾਂ ਗੱਲਾਂ ਦੇ ਕਰਕੇ, ਇੱਕ ਦੂਜੇ ਦੇ ਪੈਰ ਮਿੰਦਣ ਦੇ ਕਰਕੇ, ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀਆਂ ਕਰਕੇ, ਇੱਕ ਦੂਜੇ ਨੂੰ ਪਸੰਦ ਨਾ ਕਰਨ ਦੇ ਕਰਕੇ, ਇੱਕ ਦੂਜੇ ਨੂੰ ਕੈਂਚੀ ਮਾਰ ਕੇ ਮੂੰਹ ਦਾ ਡੇਗਣ ਦੀ ਕੋਸ਼ਿਸ਼ ਦੇ ਕਰਕੇ ਅੱਜ ਪੰਜਾਬ ਦੇ ਵਿੱਚ ਕਾਂਗਰਸ ਦਾ ਭੋਗ ਕਿਵੇਂ ਪਿਆ ਆਪਾਂ ਜਾਣਦੇ ਹਾਂ। ਪਰ ਰਾਜਾ ਵੜਿੰਗ ਜਿਹੜੇ ਕਿ ਹੁਣੇ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਆ, ਉਹ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਸਾਰੇ ਕਾਂਗਰਸੀਆਂ ਨੂੰ ਨਾਲ ਲੈ ਕੇ ਚੱਲ ਗਏ। ਉਹ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਸਾਰੇ ਹੀ ਰੁੱਸਿਆਂ ਨੂੰ ਨਾਲ ਲੈ ਕੇ ਤੁਰ ਗਏ। ਉਹ ਕੋਸ਼ਿਸ਼ ਕਰ ਰਹੇ ਆ ਘਰ ਘਰ ਦੇ ਵਿੱਚ ਜਾ ਕੇ ਰੁੱਸੇ ਕਾਂਗਰਸੀਆਂ ਨੂੰ ਮਨਾਉਣ ਦੀ। ਉਹ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਜਿਹੜੇ ਉਹ ਗੁੱਸੇ ਗਿਲੇ ਭੁਲਾ ਕੇ ਇੱਕ ਲੜੀ ਦੇ ਵਿੱਚ ਤੁਰਨ, ਇੱਕ ਕਤਾਰ ਦੇ ਵਿੱਚ ਤੁਰਨ ਤੇ ਅਸੀਂ ਪੰਜਾਬ ਦੇ ਵਿੱਚ ਇੱਕ ਵੱਡਾ ਬਦਲ ਲੈ ਕੇ ਆਈਏ, ਪੰਜਾਬ ਦੇ ਵਿੱਚ ਸੱਤਾਧਾਰੀ ਧਿਰ ਨੂੰ ਟੱਕਰ ਦੇਣ ਦੇ ਸਮਰੱਥ ਹੋਈਏ। ਪਰ ਰਾਜਾ ਵੜਿੰਗ ਦੀਆਂ ਕੋਸ਼ਿਸ਼ਾਂ ਕੀ ਕਰਨੀਆਂ ਜੇਕਰ ਉਹੀ ਕਾਂਗਰਸੀ ਜਿਨ੍ਹਾਂ ਨੂੰ ਬਹੁਤ ਵੱਡੇ ਮੌਕੇ ਮਿਲੇ ਉਹ ਖੁਦ ਨੂੰ ਸਾਬਤ ਨਹੀਂ ਕਰ ਸਕੇ ਤੇ ਫਿਰ ਅੱਜ ਉਹੀ ਵਿੱਚ ਵਿਚਾਲੇ ਕੋਈ ਨਾ ਕੋਈ ਅੜਚਣ ਪੈਦਾ ਕਰਦੇ ਆ। ਹੁਣ ਪਤਾ ਲੱਗਾ ਜੀ ਕਿ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਨਾਲ ਵੀ ਗੁੱਸੇ ਆ। ਪਤਾ ਲੱਗਾ ਜੀ ਪਿਛਲੇ ਦਿਨੀ ਰਾਜਾ ਵੜਿੰਗ ਨੇ ਫੋਨ ਕੀਤਾ ਨਵਜੋਤ ਸਿੰਘ ਸਿੱਧੂ ਨੂੰ, ਉਹਨਾਂ ਨੇ ਚੱਕਿਆ ਨਹੀਂ। ਰਾਜਾ ਵੜਿੰਗ ਹੋਰੀ ਮਿਲਣਾ ਚਾਹੁੰਦੇ ਨਵਜੋਤ ਸਿੱਧੂ ਨੂੰ, ਉਹ ਮਿਲਦੇ ਨਹੀਂ। ਹੁਣ ਇਸ ਮਾਮਲੇ ਦੇ ਵਿੱਚ ਕਾਂਗਰਸ ਹਾਈ ਕਮਾਨ ਨੇ ਸਿੱਧੂ ਨੂੰ ਮਨਾਉਣ ਦੀ ਜ਼ਿੰਮੇਵਾਰੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਦਿੱਤੀ ਆ ਤੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ। ਸਮੇਂ ਦੇ ਉੱਤੇ ਅਸੀਂ ਬਹੁਤ ਕੁਝ ਦੇਖਿਆ। ਸਿੱਧੂ ਸਾਹਿਬ ਨੂੰ ਜਦੋਂ ਬੋਲਣਾ ਚਾਹੀਦਾ ਉਦੋਂ ਬੋਲਦੇ ਨਹੀਂ, ਜਦੋਂ ਚੁੱਪ ਰਹਿਣਾ ਚਾਹੀਦਾ ਉਹ ਜ਼ਰੂਰ ਬੋਲਦੇ ਆ। ਜਦੋਂ ਬੋਲਦੇ ਆ ਉਹ ਬਹੁਤ ਕੁਝ ਬੋਲ ਜਾਂਦੇ ਆ ਜਿਹਦੇ ਕਰਕੇ ਨਵਾਂ ਰੌਲਾ ਪੈਦਾ ਹੁੰਦਾ, ਤੇ ਜਦੋਂ ਬੋਲਣਾ ਚਾਹੀਦਾ ਤਹਿਜ਼ੀਬ ਦੇ ਨਾਲ, ਤਰੀਕੇ ਦੇ ਨਾਲ, ਘੱਟ ਬੋਲਣਾ ਚਾਹੀਦਾ, ਉਦੋਂ ਕੋਈ ਇਹੋ ਜਿਹੀ ਗੱਲ ਕਰ ਜਾਂਦੇ ਜਿਹਦੇ ਕਰਕੇ ਇੱਕ ਨਵਾਂ ਵਿਵਾਦ ਪੈਦਾ ਹੁੰਦਾ। ਸੋ ਆਉਂਦੇ ਸਮੇਂ ਦੇ ਵਿੱਚ ਜੇਕਰ ਕਾਂਗਰਸ ਇਹਨਾਂ ਕਲੇਸ਼ਾਂ ਦੇ ਵਿੱਚੋਂ ਨਾ ਨਿਕਲੇ ਤਾਂ ਕਾਂਗਰਸ ਦਾ ਵੱਟਿਆ ਕੁਝ ਨਹੀਂ ਜਾਣਾਗਾ। ਇਹ ਗੱਲ ਪੱਥਰ ਤੇ ਲਕੀਰ ਵਰਗੀ ਆ, ਇਹ ਚਿੱਟੇ ਦਿਨ ਵਾਂਗੂ ਸਮਝ ਲੈਣੀ ਚਾਹੀਦੀ ਹੈ। ਤੇ ਜੇਕਰ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਕੁਝ ਕਰੀਏ ਜਾਂ ਸਾਡੇ ਨੇਤਾ ਜਿਹੜੇ ਉਹ ਇੱਕ ਸੁਰ ਹੋ ਕੇ ਵੱਖ-ਵੱਖ ਮੁੱਦਿਆਂ ਦੇ ਉੱਤੇ ਸੱਤਾਧਾਰੀ ਧਿਰ ਨੂੰ ਸਵਾਲ ਕਰਨ, ਤਾਂ ਫਿਰ ਇਹਨਾਂ ਨੂੰ ਆਪਦੇ ਨਿੱਕੇ ਮੋਟੇ ਗਿਲੇ ਸ਼ਿਕਵੇ ਦੂਰ ਕਰਕੇ ਸਾਰੇ ਜਣੇ ਆ ਜਿਹੜੇ ਉਹ ਇਹ ਸੋਚਣ ਕਿ ਭਾਈ ਅਸੀਂ ਪਾਰਟੀ ਦੇ ਬਾਰੇ ਸੋਚਦੇ ਹਾਂ, ਸਾਡੇ ਲਈ ਕੋਈ ਹੋਰ ਵੱਡੀ ਗੱਲ ਨਹੀਂ ਆ। ਪਰ ਇਦਾਂ ਦਾ ਕੁਝ ਕਾਂਗਰਸ ਦੇ ਵਿੱਚ ਅੱਜ ਤੱਕ ਸੰਭਵ ਨਹੀਂ ਹੋਇਆ ਤੇ ਸ਼ਾਇਦ ਹੋਵੇ ਵੀ ਨਾ। ਨਵਜੋਤ ਸਿੰਘ ਸਿੱਧੂ ਹਾਲੇ ਵੀ ਸ਼ਕਤੀ ਪ੍ਰਦਰਸ਼ਨ ਵਾਲੇ ਰੌਂ ਦੇ ਵਿੱਚ ਹੈ। ਉਹ ਹਾਰੇ ਹੋਏ ਕਾਂਗਰਸੀਆਂ ਨੂੰ, ਸਾਬਕਾ ਮੰਤਰੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਵੇਂ ਕੋਈ ਨਵੀਂ ਬਗਾਵਤੀ ਜੀ ਗੱਲ ਖੜੀ ਕਰਨੀ ਹੋਵੇ। ਕੀ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਨੂੰ ਮਨਾ ਸਕਣਗੇ? ਕੀ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਨੂੰ ਆਪਣਾ ਪ੍ਰਧਾਨ ਬਣਨਗੇ? ਕੀ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਨੂੰ ਨਾਲ ਲੈ ਕੇ ਤੁਰ ਸਕਣਗੇ? ਕੀ ਕਾਂਗਰਸ ਦੇ ਵਿੱਚ ਕਲੇਸ਼ ਇਵੇਂ ਜਾਰੀ ਰਹੂ ਜਾਂ ਕੀ ਕਾਂਗਰਸ ਅੱਜ ਵਾਂਗੂ ਹੀ ਖਖੜੀਆਂ ਕਰੇਲੇ ਸਾਬਤ ਹੋਊਗੀ? ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਕਾਂਗਰਸ ਹਾਈ ਕਮਾਨ ਨੂੰ ਤਾਕਤ ਦਿਖਾ ਰਹੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦਾ ਜ਼ਿੰਮਾ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਮਿਲ ਗਿਆ। ਬਾਜਵਾ ਨੂੰ ਕਾਂਗਰਸ ਨੇ ਹੁਣੇ ਜਾਏ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਇਆ। ਉਹ ਸੀਨੀਅਰ ਕਾਂਗਰਸੀ ਵੀ ਨੇ, ਇਸ ਕਰਕੇ ਉਹ ਛੇਤੀ ਹੀ ਸਿੱਧੂ ਨਾਲ ਮੁਲਾਕਾਤ ਕਰ ਸਕਦੇ ਨੇ। ਬਾਜਵਾ ਸਿੱਧੂ ਨੂੰ ਛੋਟਾ ਭਰਾ ਤੇ ਸਿੱਧੂ ਵੀ ਬਾਜਵਾ ਨੂੰ ਵੱਡਾ ਭਰਾ ਕਹਿੰਦੇ ਰਹੇ ਨੇ। ਸਿੱਧੂ ਦੇ ਨਾਲ ਕੰਮ ਕਰਦੇ ਰਹੇ ਸੁਖਵਿੰਦਰ ਸਿੰਘ ਡੈਣੀ ਬੰਡਾਲਾ ਵੀ ਵੜਿੰਗ ਤੇ ਸਿੱਧੂ ਦੀ ਮੀਟਿੰਗ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਨਹੀਂ ਸੀ ਕੀਤੀ। ਸਿੱਧੂ ਨੇ ਵੜਿੰਗ ਦੇ ਫੋਨ ਦਾ ਜਵਾਬ ਵੀ ਨਹੀਂ ਸੀ ਦਿੱਤਾ। ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਚਾਹੁੰਦੇ ਸਨ, ਇਸ ਲਈ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਉਹਨਾਂ ਸਰਗਰਮੀ ਵਧਾ ਦਿੱਤੀ।
ਉਹ ਲਗਾਤਾਰ ਆਪਣੇ ਕਰੀਬੀ ਰਹੇ ਜਾਂ ਫਿਰ ਚੰਨੀ ਗਰੁੱਪ ਤੋਂ ਅੱਡ ਹੋ ਕੇ ਚੋਣ ਹਾਰੇ ਜਿੱਤੇ ਕਾਂਗਰਸੀ ਨੇਤਾਵਾਂ ਨੂੰ ਮਿਲਣ ਲੱਗੇ। ਇਸ ਦੇ ਬਾਵਜੂਦ ਕਾਂਗਰਸ ਹਾਈ ਕਮਾਨ ਨੇ ਉਹਨਾਂ ਨੂੰ ਝਟਕਾ ਦਿੱਤਾ। ਪੰਜਾਬ ਦੇ ਵਿੱਚ ਚੋਣ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਸਿੱਧੂ ਦਾ ਅਸਤੀਫਾ ਲੈ ਲਿਆ। ਇਸ ਤੋਂ ਬਾਅਦ ਵੀ ਸਿੱਧੂ ਪੰਜਾਬ ਪ੍ਰਧਾਨ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਸਨ। ਹਾਲਾਂਕਿ ਹਾਈ ਕਮਾਨ ਨੇ ਦੁਬਾਰਾ ਸਿੱਧੂ ਦੇ ਉੱਤੇ ਭਰੋਸਾ ਨਹੀਂ ਕੀਤਾ। ਨਵਜੋਤ ਸਿੱਧੂ ਨੇ ਪੰਜਾਬ ਚੋਣਾਂ ਦੇ ਵਿੱਚ 18 ਸੀਟਾਂ ਦੇ ਉੱਤੇ ਸਿਮਟੀ ਕਾਂਗਰਸ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਹਨਾਂ ਦਾ ਕਹਿਣਾ ਸੀ ਕਿ ਚੰਨੀ ਦੀ ਅਗਵਾਈ ਦੇ ਵਿੱਚ ਹੀ ਚੋਣਾਂ ਲੜੀਆਂ ਗਈਆਂ ਨੇ, ਇਸ ਕਰਕੇ ਹਾਰ ਦਾ ਜ਼ਿੰਮਾ ਵੀ ਉਹਨਾਂ ਦਾ ਹੀ ਬਣਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਕੋਈ ਵੀ ਪਾਰਟੀ ਜਿੱਤੇ ਉਹਦੇ ਪਿੱਛੇ ਕੋਈ ਇੱਕ ਬੰਦਾ ਜ਼ਿੰਮੇਵਾਰ ਨਹੀਂ ਹੁੰਦਾ, ਤੇ ਕੋਈ ਵੀ ਪਾਰਟੀ ਹਾਰੇ ਉਹਦੇ ਪਿੱਛੇ ਵੀ ਕੋਈ ਇੱਕ ਬੰਦਾ ਜ਼ਿੰਮੇਵਾਰ ਨਹੀਂ ਹੁੰਦਾ। ਜੇ ਕਾਂਗਰਸ ਨੂੰ ਚੰਗੀਆਂ ਸੀਟਾਂ ਮਿਲ ਜਾਂਦੀਆਂ ਉਹਦੇ ਵਿੱਚ ਇਕੱਲੇ ਚੰਨੀ ਹੋਰਾਂ ਦਾ ਯੋਗਦਾਨ ਨਹੀਂ ਸੀ ਹੋਣਾ, ਉਹਦੇ ਵਿੱਚ ਅਸੀਂ ਸਾਰੇ ਕਾਂਗਰਸੀਆਂ ਦਾ ਯੋਗਦਾਨ ਸਮੂਹਕ ਤੌਰ ਤੇ ਮੰਨਣਾ ਸੀ। ਤੇ ਜੇ ਕਾਂਗਰਸ ਦਾ ਭੱਠਾ ਬਹਿਣ ਵਾਲੀ ਗੱਲ ਆ ਗਈ ਤਾਂ ਇਹਦੇ ਪਿੱਛੇ ਵੀ ਇਕੱਲੇ ਚੰਨੀ ਹੋਰੀ ਜ਼ਿੰਮੇਵਾਰ ਨਹੀਂ। ਚੰਨੀ ਹੋਰੀ ਐਲਾਨ ਕਰੀ ਜਾਂਦੇ ਸੀ, ਸਿੱਧੂ ਹੋਰੀ ਪਿੱਛੇ ਸੁਹਾਗਾ ਫੇਰੀ ਜਾਂਦੇ ਸੀ। ਇਹ ਪਹਿਲੀ ਵਾਰ ਅਸੀਂ ਦੇਖਿਆ ਵੀ ਸਿੱਧੂ ਸਾਹਿਬ ਕਹਿੰਦੇ ਰਹੇ ਆ ਕਿ ਭਾਈ ਸਾਡੀ ਪਾਰਟੀ ਨੇ ਕੀਤਾ ਕੱਖ ਨਹੀਂ, ਪਰ ਵੋਟਾਂ ਸਾਡੀ ਪਾਰਟੀ ਨੂੰ ਪਾਇਓ। ਇੱਦਾਂ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ, ਇੱਦਾਂ ਆਪਦੀ ਸੀਟ ਵੀ ਨਹੀਂ ਬਚਦੀ ਹੁੰਦੀ, ਇੱਦਾਂ ਸੰਬੰਧਿਤ ਪਾਰਟੀ ਦਾ ਸਨਮਾਨ ਵੀ ਨਹੀਂ ਬਚਦਾ। ਇਹ ਗੱਲ ਹੁਣ ਸਿੱਧੂ ਸਾਹਿਬ ਨੂੰ ਸਮਝਣੀ ਚਾਹੀਦੀ ਆ। ਸਿੱਧੂ ਸਾਹਿਬ ਦਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਮੰਨਿਆ ਜਾ ਸਕਦਾ, ਪਰ ਜਿਸ ਤਰੀਕੇ ਦੇ ਨਾਲ ਉਹ ਰਾਜਨੀਤੀ ਦੇ ਵਿੱਚ ਵਿਚਰਦੇ ਆ, ਰਾਜਨੀਤੀ ਤੋਂ ਬਿਲਕੁਲ ਸੱਖਣੇ ਤੇ ਅਣਜਾਣ ਲੋਕ ਵੀ ਟਿੱਪਣੀ ਕਰਦੇ ਵੀ ਯਾਰ ਇਉਂ ਤਾਂ ਨਹੀਂ ਕੰਮ ਚੱਲਦੇ ਹੁੰਦੇ, ਇਉਂ ਤਾਂ ਘਰ ਨਹੀਂ ਚੱਲਦੇ, ਇਉਂ ਪਾਰਟੀਆਂ ਕਿੱਥੇ ਚੱਲਦੀਆਂ, ਇਉਂ ਸੂਬੇ ਕਿੱਥੇ ਚਲਾਏ ਜਾ ਸਕਦੇ ਆ। ਸੋ ਰਾਜਾ ਵੜਿੰਗ ਹੋਰੀ ਆਉਂਦੇ ਸਮੇਂ ਦੇ ਵਿੱਚ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ। ਪਰ ਨਵਜੋਤ ਸਿੰਘ ਸਿੱਧੂ ਨੇ ਬਤੌਰ ਪ੍ਰਧਾਨ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਇਹਦੇ ਬਾਰੇ ਸਾਰਾ ਕੁਝ ਜਾਣਦੇ ਆ। ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਕਿਸੇ ਵੀ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਰੁੱਸਿਆਂ ਨੂੰ ਨਾਲ ਲੈ ਕੇ ਤੁਰਨਾ, ਸਾਰਿਆਂ ਨੂੰ ਨਾਲ ਲੈ ਕੇ ਤੁਰਨਾ, ਸਭ ਨੂੰ ਬਰਾਬਰ ਦਾ ਮਾਣ ਸਨਮਾਨ ਦੇਣਾ, ਸਭ ਨੂੰ ਸਹੀ ਥਾਂ ਦੇ ਉੱਤੇ ਫਿੱਟ ਕਰਨਾ, ਮੁਹੱਲਾ ਪੱਧਰ ਦੇ ਉੱਤੇ, ਪਿੰਡ ਪੱਧਰ ਤੇ, ਸੂਬਾ ਪੱਧਰ ਤੇ, ਬੂਥ ਪੱਧਰ ਤੇ, ਬਲਾਕ ਪੱਧਰ ਦੇ ਉੱਤੇ ਨਿਯੁਕਤੀਆਂ ਕਰਨਾ, ਚਾਰੇ ਪਾਸੇ ਪਾਰਟੀ ਦਾ ਖੂਬ ਪ੍ਰਚਾਰ ਕਰਨਾ। ਪਰ ਇਹਨਾਂ ਸਾਰੀਆਂ ਗੱਲਾਂ ਤੋਂ ਨਵਜੋਤ ਸਿੰਘ ਸਿੱਧੂ ਹੋਰੀ ਪਰੇ ਰਹੇ ਆ। ਜਿੰਨਾ ਚਿਰ ਉਹ ਪ੍ਰਧਾਨ ਰਹੇ ਉਹਨਾਂ ਨੇ ਕਦੇ ਮੁੱਖ ਮੰਤਰੀ ਦੀ ਕੁਰਸੀ ਲਈ ਜੰਗ ਲੜੀ। ਉੱਤੋਂ ਇਹ ਵੀ ਗੱਲ ਕਹਿੰਦੇ ਹੁੰਦੇ ਕਿ ਮੈਨੂੰ ਕਿਸੇ ਅਹੁਦੇ ਦੇ ਕੋਈ ਲਾਲਚ ਨਹੀਂ, ਮੈਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਖੱਟ ਲਿਆ, ਬਹੁਤ ਕੁਝ ਵੇਖ ਲਿਆ, ਬਹੁਤ ਕੁਝ ਕਮਾ ਲਿਆ, ਬੜੇ ਅਹੁਦਿਆਂ ਦੇ ਉੱਤੇ ਰਹਿ ਲਿਆ। ਪਰ ਫਿਰ ਉਹ ਪ੍ਰਧਾਨਗੀ ਦੀ ਲੜਾਈ ਵੀ ਲੜਦੇ ਆ। ਫਿਰ ਉਹ ਲੜਦੇ ਲੜਾਈ ਵੀ ਫਲਾਣੇ ਨੂੰ ਕੋਈ ਨਿਯੁਕਤੀ ਨਹੀਂ ਹੋਣੀ ਚਾਹੀਦੀ, ਫਿਰ ਲੜਾਈ ਲੜਦੇ ਜੇ ਕਿ ਫਲਾਣੇ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਇਹਨਾਂ ਸਾਰੀਆਂ ਗੱਲਾਂ ਦੇ ਕਰਕੇ ਨਵਜੋਤ ਸਿੰਘ ਸਿੱਧੂ ਆਪਣੀ ਸੀਟ ਵੀ ਗਵਾ ਬੈਠੇ ਆ ਤੇ ਪੰਜਾਬ ਕਾਂਗਰਸ ਦੇ ਪਿੜ ਪੱਲੇ ਕੀ ਪਿਆ ਇਹਦੇ ਮੁਤਲਕ ਆਪਾਂ ਸਾਰਾ ਕੁਝ ਜਾਣਦੇ ਹਾਂ। ਸੋ ਆਉਂਦੇ ਸਮੇਂ ਦੇ ਵਿੱਚ ਜੇਕਰ ਕਾਂਗਰਸ ਨੇ ਪੈਰਾਂ ਸਿਰ ਹੋਣਾ ਤਾਂ ਆਪਣੀਆਂ ਪੁਰਾਣੀਆਂ ਗਲਤੀਆਂ ਨੂੰ ਛੱਡਣਾ ਪਊ, ਤੇ ਜੇਕਰ ਨਾ ਛੱਡਿਆ ਤਾਂ ਕਾਂਗਰਸ ਨੂੰ ਬਹੁਤੀ ਹੀਲ ਹੁਜਤ ਕਰਨ ਦੀ ਲੋੜ ਨਹੀਂ। ਫਿਰ ਇੱਕ ਰਾਜਾ ਵੜਿੰਗ ਕੀ ਬਹੁਤ ਸਾਰੇ ਰਾਜਾ ਵੜਿੰਗ ਵੀ ਪਾਰਟੀ ਨੂੰ ਨਹੀਂ ਬਚਾ ਸਕਣਗੇ ਜੇਕਰ ਗੁੱਸੇ ਗਿਲੇ ਇਵੇਂ ਹੀ ਜਾਰੀ ਰਹੇ ਤਾਂ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਦੇ ਅੰਬਾਰ ਲੱਗੇ ਪਏ ਆ। ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਇੱਕ ਦਾਣਾ ਖਰੀਦਣ ਵਾਸਤੇ ਵਚਨਬੱਧ ਆ। ਕਿਸਾਨ ਇਹ ਗੱਲ ਕਹਿੰਦੇ ਵੀ ਇੱਕਦਮ ਗਰਮੀ ਪੈਣ ਦੇ ਕਰਕੇ ਤੇ ਕਣਕ ਦਾ ਦਾਣਾ ਜੀਰੇ ਵਰਗਾ ਬਣ ਗਿਆ। ਜਿਵੇਂ ਜੀਰਾ ਹੁੰਦਾ ਸਬਜ਼ੀ ਦੇ ਵਿੱਚ ਪੈਂਦਾ ਤੁੜਕਾ ਲਾਉਣ ਦੇ ਵੇਲੇ, ਇਹ ਕਣਕ ਬਿਲਕੁਲ ਇਉਂ ਬਰੀਕ ਰਹਿ ਗਈ ਹੈ, ਸਾਡਾ ਝਾੜ ਬਹੁਤ ਘਟ ਗਿਆ। ਉਧਰੋਂ ਕਿਸਾਨ ਆ ਜਿਹੜੇ ਉਹ ਮਜਬੂਰੀ ਦੇ ਵਿੱਚ, ਲੋੜ ਦੇ ਵਿੱਚ ਜਾਂ ਲਾਲਚ ਦੇ ਵਿੱਚ ਕਹਿ ਲਈਏ ਅਡਾਨੀਆਂ ਦੇ ਸਾਈਲੋ ਪਲਾਂਟ ਦੇ ਵੱਲ ਟਰਾਲੀਆਂ ਲੈ ਕੇ ਜਾ ਰਹੇ ਆ। ਪਰ ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਕੀ ਸਥਿਤੀ ਨਿਕਲ ਕੇ ਸਾਹਮਣੇ ਆਈ ਹੈ ਇਹਦੇ ਮੁਤਲਕ ਇੱਕ ਰਿਪੋਰਟ ਨੇ ਸਾਰਾ ਕੁਝ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮੰਡੀਆਂ ਦੇ ਵਿੱਚ ਅੰਬਾਰ ਲੱਗੇ ਆ, ਕਿਵੇਂ ਆੜਤੀਏ ਪਰੇਸ਼ਾਨ ਹੋਏ ਪਏ ਆ, ਕਿਸ ਤਰੀਕੇ ਦੇ ਨਾਲ FCI ਦੇ ਉੱਤਰ ਮਿਲਦੇ ਆ, ਕੀ ਕਿਸਾਨ ਚਾਹੁੰਦੇ ਆ ਤੇ ਆਉਂਦੇ ਦਿਨਾਂ ਦੇ ਵਿੱਚ ਕੀ ਕੁਝ ਹੋਊਗਾ। ਪਹਿਲਾਂ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਹੁਣ ਕਣਕ ਦੀ ਲਿਫਟਿੰਗ ਦਾ ਸੰਕਟ ਪੈਦਾ ਹੋ ਗਿਆ। ਮੰਡੀਆਂ ਦੇ ਵਿੱਚ ਫਸਲ ਦੇ ਅੰਬਾਰ ਲੱਗ ਗਏ ਨੇ ਤੇ ਨਵੀਂ ਫਸਲ ਨੂੰ ਮੰਡੀਆਂ ਦੇ ਵਿੱਚ ਲਿਆਉਣ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ। ਲਿਫਟਿੰਗ ਦੇ ਕੰਮ ਨੇ ਰਫ਼ਤਾਰ ਨਾ ਫੜੀ ਤਾਂ ਕਿਸਾਨ ਸੜਕਾਂ ਤੇ ਉਤਰ ਸਕਦੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪਹਿਲਾ ਖਰੀਦ ਸੀਜ਼ਨ ਹੈ ਤੇ ਫਸਲ ਦੀ ਚੁਕਾਈ ਨਾ ਹੋਣ ਦੀ ਸੂਰਤ ਦੇ ਵਿੱਚ ਸਰਕਾਰ ਦੇ ਅਕਸ ਨੂੰ ਸੱਟ ਵੱਜੇਗੀ। ਪੰਜਾਬ ਦੇ ਵਿੱਚ ਕਣਕ ਦੀ ਵਾਢੀ ਦਾ ਕੰਮ ਜ਼ੋਰ ਫੜ ਗਿਆ, ਜਿਹਦੇ ਕਰਕੇ ਮੰਡੀਆਂ ਵਿੱਚ ਫਸਲ ਦੀ ਆਮਦ ਵੱਧ ਗਈ ਹੈ। ਪਤਾ ਲੱਗਾ ਹੈ ਕਿ ਗਰਮੀ ਕਰਕੇ ਕਣਕ ਦਾ ਦਾਣਾ ਕਮਜ਼ੋਰ ਰਹਿਣ ਕਰਕੇ ਭਾਰਤੀ ਖੁਰਾਕ ਨਿਗਮ ਵੱਲੋਂ ਫਸਲ ਦੀ ਡਿਲੀਵਰੀ ਨਹੀਂ ਲਈ ਜਾ ਰਹੀ, ਕਿਉਂਕਿ ਫਸਲ ਕੇਂਦਰੀ ਮਾਪਦੰਡਾਂ ਉੱਤੇ ਖਰੀ ਨਹੀਂ ਉਤਰ ਰਹੀ। ਸਰਕਾਰੀ ਧਿਰ ਕਹਿ ਰਹੀ ਹੈ ਕਿ ਕੇਂਦਰੀ ਮਾਪਦੰਡ ਫਸਲ ਦੀ ਚੁਕਾਈ ਵਿੱਚ ਅੜਿੱਕਾ ਬਣ ਗਏ ਨੇ। ਦੂਜੇ ਪਾਸੇ ਕਿਸਾਨ ਆਖਦੇ ਨੇ ਕਿ ਕਾਰਨ ਕੁਝ ਵੀ ਹੋਵੇ ਸਰਕਾਰ ਨੂੰ ਲਿਫਟਿੰਗ ਦਾ ਕੰਮ ਤੇਜ਼ ਕਰਨਾ ਚਾਹੀਦਾ। ਵੇਰਵਿਆਂ ਮੁਤਾਬਕ ਪੰਜਾਬ ਦੇ ਵਿੱਚ ਹੁਣ ਤੱਕ 52.5 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਹਦੇ ਵਿੱਚ 49 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਖਰੀਦੀ ਜਾ ਚੁੱਕੀ ਹੈ। ਲਿਫਟਿੰਗ ਦੇ ਉੱਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਵਿੱਚ ਸਿਰਫ 17,13,000 ਮੀਟ੍ਰਿਕ ਟਨ ਕਣਕ ਹੀ ਮੰਡੀਆਂ ਵਿੱਚੋਂ ਚੁੱਕੀ ਗਈ ਹੈ, ਜਦੋਂ ਕਿ 35,52,000 ਮੀਟ੍ਰਿਕ ਟਨ ਕਣਕ ਚੁਕਾਈ ਦੀ ਉਡੀਕ ਦੇ ਵਿੱਚ ਹੈ। ਭਾਵ ਕਿ ਪੰਜਾਬ ਦੇ ਖਰੀਦ ਕੇਂਦਰਾਂ ਦੇ ਵਿੱਚ ਤਕਰੀਬਨ 7 ਕਰੋੜ 10 ਲੱਖ ਬੋਰੀ ਲਿਫਟਿੰਗ ਖੁਣੋਂ ਪਈ ਹੈ।
ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਪਹਿਲੀ ਵਾਰ ਨਹੀਂ ਹੋਇਆ, ਸਮੇਂ-ਸਮੇਂ ਦੇ ਉੱਤੇ ਇਵੇਂ ਹੁੰਦਾ। ਕਦੇ ਮੀਂਹ ਆਉਂਦਾ ਤੇ ਸ਼ੈੱਡ ਦਾ ਪ੍ਰਬੰਧ ਨਹੀਂ ਹੁੰਦਾ, ਕਿਸਾਨ ਆਪਣੀਆਂ ਤਰਪੈਲਾਂ ਲੈ ਕੇ ਆਉਂਦੇ ਆ ਤੇ ਕਣਕ ਦੇ ਦਾਣੇ ਆ ਜਿਹੜੇ ਉਹ ਮੀਂਹ ਦੇ ਵਿੱਚ ਰੁੜਦੇ ਫਿਰਦੇ ਹੁੰਦੇ ਮੰਡੀਆਂ ਦੇ ਵਿੱਚ, ਅਸੀਂ ਅਕਸਰ ਦੇਖੇ ਆ। ਕਦੇ ਖਬਰ ਇਹ ਆਉਂਦੀ ਆ ਵੀ ਭਾਈ ਉੱਥੇ ਕੋਈ ਬੋਲੀ ਲਾਉਣ ਵਾਲਾ ਨਹੀਂ ਆਉਂਦਾ, ਕਦੇ ਉੱਥੇ ਬਾਰਦਾਨਾ ਨਹੀਂ ਹੁੰਦਾ, ਤੇ ਜੇ ਬਾਰਦਾਨਾ ਹੋਵੇ ਤਾਂ ਫਿਰ ਲਿਫਟਿੰਗ ਨਹੀਂ ਹੁੰਦੀ। ਕਦੇ ਕੋਈ ਸਮੱਸਿਆ, ਕਦੇ ਕੋਈ ਸਮੱਸਿਆ, ਕਦੇ ਕੋਈ ਸਮੱਸਿਆ, ਤੇ ਐਤਕੀ ਹਾਲ ਦੀ ਘੜੀ ਲਿਫਟਿੰਗ ਵਾਲੀ ਸਮੱਸਿਆ ਦੇ ਉੱਤੇ ਗੱਲ ਆ ਕੇ ਰੁਕ ਗਈ ਹੈ। ਫੁੱਲ ਸਟਾਪ ਇਸ ਥਾਂ ਦੇ ਉੱਤੇ ਲੱਗਿਆ ਹੋਇਆ। ਹੁਣ ਭਗਵੰਤ ਮਾਨ ਸਰਕਾਰ ਦਾ ਇਹ ਕਹਿਣਾ ਜੀ ਕਿ ਅਸੀਂ ਇੱਕ ਇੱਕ ਦਾਣਾ ਕਣਕ ਦਾ ਖਰੀਦਾਂਗੇ। ਕਿਸਾਨ ਇਹ ਗੱਲ ਕਹਿੰਦੇ ਵੀ ਸਾਡੀ ਮੰਡੀਆਂ ਦੇ ਵਿੱਚ ਖੱਜਲ ਖੁਆਰੀ ਹੋ ਰਹੀ ਹੈ। ਆੜਤੀਏ ਕਹਿੰਦੇ ਜੀ ਅਸੀਂ ਖੁਦ ਪਰੇਸ਼ਾਨ ਆ, ਤੇ ਕੇਂਦਰ ਦੀ ਸਰਕਾਰ ਨੂੰ ਤੈਅ ਕੀਤੇ ਗਏ ਮਾਪਦੰਡਾਂ ਦੇ ਵਿੱਚ ਫੇਰਬਦਲ ਕਰਨਾ ਚਾਹੀਦਾ, ਕਿਉਂਕਿ ਕਣਕ ਦੀ ਨਮੀ ਹੈ ਜਿਹੜੀ ਉਹ ਮੀਂਹ ਪਿਆ ਇਹਦੇ ਕਰਕੇ ਨਮੀ ਆਈ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਵੀ ਭਾਈ ਹਾਲੇ ਹੋਰ 20 ਦਿਨ ਉਡੀਕੋ ਤੇ ਮੀਂਹ ਹੋਰ ਪੈ ਗਿਆ, ਤੇ ਫਿਰ ਕਿਸਾਨ ਕਰੂ ਤਾਂ ਕਰੂ ਕਿ ਮੰਡੀਆਂ ਦੇ ਵਿੱਚ ਇੰਨਾ ਚਿਰ ਰੁਕਿਆ ਵੀ ਨਹੀਂ ਜਾ ਸਕਦਾ। ਸੋ ਕੇਂਦਰ ਦੀ ਸਰਕਾਰ ਜਿਹੜੀ ਕਿ ਇਹ ਗੱਲ ਕਹਿੰਦੀ ਕਿ ਅਸੀਂ ਕਿਸਾਨ ਪੱਖੀ ਹਾਂ, ਕਿਸਾਨ ਦੇ ਪੱਖ ਦੇ ਵਿੱਚ ਹੀ ਫੈਸਲੇ ਲੈਂਦੇ ਹਾਂ, ਉਹਨੂੰ ਇਸ ਮੁਤਲਕ ਗੂੜ ਗਿਆਨ ਸਮਝਦੇ ਹਾਂ, ਉਹਨੂੰ ਜਾਣਕਾਰੀ ਹਾਸਲ ਕਰਦੇ ਹਾਂ, ਉਹਨੂੰ ਪੰਜਾਬ ਦੇ ਤੇ ਬਾਕੀ ਸੂਬਿਆਂ ਦੇ ਆਰਥਿਕ ਹਾਲਾਤ ਨੂੰ ਵੇਖਦੇ ਹਾਂ, ਕਿਸਾਨੀ ਦੀ ਦਸ਼ਾ ਤੇ ਦਿਸ਼ਾ ਨੂੰ ਵੇਖਦੇ ਹਾਂ, ਇਸ ਮੁਤਲਕ ਵੱਡਾ ਫੈਸਲਾ ਲੈਣਾ ਚਾਹੀਦਾ। ਕਿਸਾਨ ਖੱਜਲ ਨਹੀਂ ਹੋਣੇ ਚਾਹੀਦੇ। ਬਾਕੀ ਸਮਾਂ ਦੱਸੂ ਕਿ ਕਿਸਾਨ ਇਸ ਮੁਤਲਕ ਆਉਂਦੇ ਦਿਨਾਂ ਦੇ ਵਿੱਚ ਕੀ ਪ੍ਰਤੀਕਿਰਿਆ ਦਿੰਦੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆ ਗਿਆ। ਬਹੁਤ ਬਹੁਤ ਮਿਹਰਬਾਨੀ।